प्यारे विद्यार्थियों, अज तुहाडे सिलेबस नाल संबंधित नवा टॉपिक यथार्थवाद लेके आए हाँ। उम्मीद करते हाँ कि इस तो पहला वाली वीडियो जिस दा विषा रोमांसवाद सी तुहानू पसंद आई होवेगी। यथार्थवाद दा अध्ययन करन तो पहला तुसीं इस चैनल नू सबसक्राइब कर लवो तां जो हर नवीं आउण वाली वीडियो का नोटिफिकेशन तुहानू प्राप्त हो सके अते तुसी उस वीडियो नू देख सको अते उसका पूर्ण लाभ उठा सको। आओ बिना किसी देरी तो अज का टॉपिक यथार्थवाद शुरू करते हाँ। ਸਾਹਿਤਿਕ संदर्भ विच यथार्थवाद शब्द की वरतों सब तो पहला फ्रांस विच 1835 ईस्वी विच हुई। कहण दा भाव है कि इस तो पहला ਸਾਹਿਤਿਕ संदर्भ विच यथार्थवाद शब्द की वरतों नहीं सी कीती जाती। 1856 ईस्वी विच एक विद्वान दुरानी ने रियलिज्म नां दा एक पत्र चालू किया सी, जिस विच इस शब्द नूं ਸਾਹਿਤਿਕ ਸਮੀਖਿਆ की परिभाषिक शब्दावली विच शामिल कर लिया गया। कहण दा अर्थ है कि सब तो पहली बार इस शब्द की वरतों रियलिज्म नां दे एक पत्र दे विच कीती गई सी। यथार्थवादी ਸਾਹਿਤ ਦਾ ਸੰਬੰਧ रचना समग्री ਜਾਂ रचना विधि नालों ਵਧੇਰੇ रचना दृष्टि नाल है। रचना दृष्टि तो भाव है दृष्टिकोण, भाव के नज़रिया। कहण दा अर्थ है कि जीवन नूं किवें पेश किया गया है, जिस तो जीवन का प्रतखण किया गया है। आधुनिक युग तो पहला ਸਾਹਿਤ विच यथार्थवाद नहीं हुंदा सी, क्योंकि पुरातन लिटरेचर विच जीवन आदर्शवादी जां अध्यात्मवादी दृष्टिकोण तो पेश किया जाता सी। कहण तो भाव है कि पहलां दे समय दे विच ਸਾਹਿਤ दे विच यथार्थवाद का कोई भी स्थान नहीं सी। अजिहे ਸਾਹਿਤ ਵਿੱਚ ਸੰਸਾਰਕ ਯਥਾਰਥ ਨੂੰ ਮਾਇਆ ਸਮਝਿਆ ਜਾਂਦਾ ਸੀ। ਭਾਵ ਅਜਿਹੇ ਸਾਹਿਤ ਵਿੱਚ ਸੰਸਾਰਕ ਯਥਾਰਥ ਨੂੰ ਮੋਹ ਮਾਇਆ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਸੀ। ਯਥਾਰਥਵਾਦੀ ਸਾਹਿਤ ਦੇ ਵਿਕਾਸ ਵਿੱਚ ਸਭ ਤੋਂ ਵੱਧ ਭਾਗ ਆਲੋਚਨਾਤਮਕ ਯਥਾਰਥਵਾਦੀਆਂ ਦਾ ਹੈ। ਇਸ ਦਾ ਅਰਥ ਹੈ ਕਿ ਆਲੋਚਨਾਤਮਕ ਯਥਾਰਥਵਾਦ ਨਾਲ ਸੰਬੰਧਿਤ ਜਿਹੜੇ ਵਿਦਵਾਨ ਸਨ, ਉਹਨਾਂ ਨੇ ਯਥਾਰਥਵਾਦੀ ਸਾਹਿਤ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ। ਇੱਕ ਪ੍ਰਸਿੱਧ ਵਿਦਵਾਨ ਹੈਰਜ਼ਨ ਲਿਖਦਾ ਹੈ, ਜਦੋਂ ਰੋਮਾਂਸਵਾਦ ਅਤੇ ਕਲਾਸੀਕਲਵਾਦ ਵਿਚਕਾਰ ਸੰਘਰਸ਼ ਚੱਲ ਰਿਹਾ ਸੀ, ਉਸ ਸਮੇਂ ਇੱਕ ਹੋਰ ਸ਼ਕਤੀਸ਼ਾਲੀ ਚੀਜ਼ ਉੱਭਰ ਰਹੀ ਸੀ। ਇਸ ਦਾ ਅਰਥ ਹੈ ਜਦੋਂ ਰੋਮਾਂਸਵਾਦ ਅਤੇ ਕਲਾਸੀਕਲਵਾਦ ਆਪਸ ਵਿੱਚ ਸੰਘਰਸ਼ ਕਰ ਰਹੇ ਸਨ ਤਾਂ ਉਸ ਵੇਲੇ ਇੱਕ ਨਵੀਂ ਵਿਚਾਰਧਾਰਾ ਜਨਮ ਲੈ ਰਹੀ ਸੀ, ਜਿਸ ਨੂੰ ਅਸੀਂ ਯਥਾਰਥਵਾਦ ਕਹਿ ਸਕਦੇ ਹਾਂ। ਇਹ ਧਾਰਨਾ ਉਸ ਸਮੇਂ ਹੋਰ ਜ਼ਿਆਦਾ ਬਲ ਪਕੜ ਰਹੀ ਸੀ, ਭਾਵ ਕਿ ਪ੍ਰਮੁੱਖ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਸੀ। ਦੂਜੇ ਸ਼ਬਦਾਂ ਵਿੱਚ ਅਸੀਂ ਆਖ ਸਕਦੇ ਹਾਂ ਕਿ ਜਿਸ ਸਮੇਂ ਰੋਮਾਂਸਵਾਦ ਅਤੇ ਕਲਾਸੀਕਲਵਾਦ ਦੇ ਵਿੱਚ ਸੰਘਰਸ਼ ਚੱਲ ਰਿਹਾ ਸੀ, ਉਸ ਸਮੇਂ ਦੇ ਦੌਰਾਨ ਹੀ ਯਥਾਰਥਵਾਦ ਸਾਡੇ ਸਾਹਮਣੇ ਪੰਜਾਬੀ ਸਾਹਿਤ ਦੇ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਸਾਡੇ ਸਾਹਮਣੇ ਆਉਂਦਾ ਹੈ। ਉਸ ਤੋਂ ਪਹਿਲਾਂ ਇਸ ਦੀ ਹੋਂਦ ਨਹੀਂ ਸੀ। ਜਿਸ ਸਮੇਂ ਯਥਾਰਥਵਾਦ ਦਾ ਜਨਮ ਹੋਇਆ
ਉਸ ਸਮੇਂ ਰੋਮਾਂਸਵਾਦ ਅਤੇ ਕਲਾਸੀਕਲਵਾਦ ਵਿੱਚ ਸੰਘਰਸ਼ ਚੱਲ ਰਿਹਾ ਸੀ। ਯਥਾਰਥਵਾਦ ਨੇ ਆਪਣਾ ਜਨਮ ਜਦੋਂ ਲਿਆ ਤਾਂ ਉਸ ਦਾ ਇੱਕ ਪੈਰ ਕਲਾਸੀਕਲਵਾਦੀਆਂ ਦੇ ਮੋਢੇ 'ਤੇ ਸੀ ਅਤੇ ਦੂਸਰਾ ਪੈਰ ਰੋਮਾਂਸਵਾਦੀਆਂ ਦੇ ਮੋਢੇ 'ਤੇ ਸੀ। ਇਵੇਂ ਲੱਗਦਾ ਸੀ ਜਿਵੇਂ ਸਾਰੀ ਸ਼ਕਤੀ ਉਸ ਚੀਜ਼ ਦੇ ਹੱਥਾਂ ਵਿੱਚ ਸਿਮਟ ਗਈ ਹੋਵੇ। ਕਲਾਸੀਕਲਵਾਦ ਅਤੇ ਰੋਮਾਂਸਵਾਦ ਦੋਹਾਂ ਨੂੰ ਸਵੀਕਾਰ ਕਰਨਾ ਪਿਆ ਕਿ ਇਹਨਾਂ ਦੇ ਵਿਚਕਾਰ ਇਹ ਜਿਹੜੀ ਤੀਜੀ ਚੀਜ਼ ਆ ਕੇ ਖੜੀ ਹੋਈ ਹੈ ਇਹ ਹੀ ਸ੍ਰੇਸ਼ਟ ਹੈ ਅਤੇ ਇਸ ਨੂੰ ਆਲੋਚਨਾਤਮਕ ਯਥਾਰਥਵਾਦ ਕਿਹਾ ਜਾਣ ਲੱਗ ਪਿਆ। ਦੂਸਰੇ ਸ਼ਬਦਾਂ ਵਿੱਚ ਅਸੀਂ ਇਹ ਆਖ ਸਕਦੇ ਹਾਂ ਕਿ ਰੋਮਾਂਸਵਾਦ ਅਤੇ ਕਲਾਸੀਕਲਵਾਦ ਨੂੰ ਇਹ ਮੰਨਣਾ ਪਿਆ ਕਿ ਨਵੀਂ ਪੈਦਾ ਹੋਈ ਧਾਰਨਾ ਯਥਾਰਥਵਾਦ ਉਹਨਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ ਅਤੇ ਜ਼ਿਆਦਾ ਵਧੀਆ ਹੈ ਅਤੇ ਅੱਗੇ ਜਾ ਕੇ ਹੀ ਇਸ ਨੂੰ ਆਲੋਚਨਾਤਮਕ ਯਥਾਰਥਵਾਦ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ। ਇਸ ਨਵੀਂ ਦ੍ਰਿਸ਼ਟੀ ਦੇ ਧਾਰਨੀ ਸਾਹਿਤਕਾਰਾਂ ਨੇ ਨਵੀਨ ਪੂੰਜੀਵਾਦੀ ਸਮਾਜ ਦੇ ਅੰਤਰ ਵਿਰੋਧਾਂ ਅਤੇ ਅਸੰਗਤੀਆਂ ਨੂੰ ਜਿਸ ਨਿਡਰਤਾ ਨਾਲ ਪੇਸ਼ ਕੀਤਾ ਉਹ ਅਦਭੁਤ ਸੀ। ਕਹਿਣ ਤੋਂ ਭਾਵ ਹੈ ਕਿ ਇਸ ਨਵੀਂ ਦ੍ਰਿਸ਼ਟੀਕੋਣ ਦੇ ਨਾਲ ਸੰਬੰਧਿਤ ਜਿਹੜੇ ਸਾਹਿਤਕਾਰ ਸਨ ਉਹਨਾਂ ਨੇ ਬਹੁਤ ਹੀ ਨਿਡਰਤਾ ਦੇ ਨਾਲ ਨਵੀਨ ਪੂੰਜੀਵਾਦੀ ਸਮਾਜ ਦੇ ਅੰਤਰ ਵਿਰੋਧਾਂ ਅਤੇ ਅਸੰਗਤੀਆਂ ਨੂੰ ਸਾਹਿਤ ਦੇ ਵਿੱਚ ਪੇਸ਼ ਕੀਤਾ। ਆਧੁਨਿਕ ਯੁੱਗ ਤੋਂ ਪਹਿਲਾਂ ਸਾਹਿਤ ਵਿੱਚ ਯਥਾਰਥਵਾਦ ਨਹੀਂ ਹੁੰਦਾ ਸੀ ਕਿਉਂਕਿ ਪੁਰਾਤਨ ਸਾਹਿਤ ਵਿੱਚ ਜੀਵਨ ਨੂੰ ਆਦਰਸ਼ਵਾਦੀ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਪੁਰਾਤਨ ਸਾਹਿਤ ਦੇ ਵਿੱਚ ਜੀਵਨ ਦਾ ਸਿਰਫ ਆਦਰਸ਼ਾਤਮਕ ਰੂਪ ਹੀ ਦਿਖਾਇਆ ਗਿਆ ਸੀ, ਉਸ ਦਾ ਯਥਾਰਥਵਾਦੀ ਰੂਪ ਨਹੀਂ ਸੀ ਦਿਖਾਇਆ ਗਿਆ। ਯਥਾਰਥਵਾਦੀ ਸਾਹਿਤ ਵਿੱਚ ਵਾਸਤਵਿਕਤਾ ਦੇ ਰੁਝਾਨ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ। ਕਹਿਣ ਦਾ ਅਰਥ ਹੈ ਕਿ ਯਥਾਰਥਵਾਦੀ ਸਾਹਿਤ ਵਿੱਚ ਲੋਕਾਂ ਸਾਹਮਣੇ ਅਸਲੀਅਤ ਨੂੰ ਪੇਸ਼ ਕੀਤਾ ਜਾਂਦਾ ਹੈ। ਯਥਾਰਥ ਸ਼ਬਦ ਯਥਾ ਅਰਥ ਦਾ ਸੰਯੋਗੀ ਸ਼ਬਦ ਹੈ ਜਿਸ ਦਾ ਅਰਥ ਹੈ ਸਾਹਿਤ ਵਿੱਚ ਜੀਵਨ ਦੇ ਸੱਚ ਦੀ ਪੇਸ਼ਕਾਰੀ ਕਰਨੀ। ਆਲੋਚਨਾਤਮਕ ਯਥਾਰਥਵਾਦ ਯੂਰਪ ਵਿੱਚ 1820 ਦੇ ਦਹਾਕੇ ਵਿੱਚ ਵਿਕਸਿਤ ਹੋਇਆ ਸੀ। ਕਹਿਣ ਦਾ ਅਰਥ ਹੈ ਕਿ ਯਥਾਰਥ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਯਥਾ ਅਤੇ ਅਰਥ ਦੋਨਾਂ ਨੂੰ ਜੋੜ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਸਾਹਿਤ ਵਿੱਚ ਜੀਵਨ ਦੇ ਸੱਚ ਦੀ ਪੇਸ਼ਕਾਰੀ ਕਰਨੀ ਹੁੰਦੀ ਹੈ। 18ਵੀਂ ਸਦੀ ਦੇ ਯੂਰਪ ਦੇ ਸਾਹਿਤਕਾਰ ਇਸ ਸੰਕਲਪ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਏ। ਦੂਜੇ ਸ਼ਬਦਾਂ ਵਿੱਚ ਅਸੀਂ ਆਖ ਸਕਦੇ ਹਾਂ ਕਿ 18ਵੀਂ ਸਦੀ ਦੇ ਵਿੱਚ ਯੂਰਪ ਦੇ ਜਿਹੜੇ ਵੀ ਸਾਹਿਤਕਾਰ ਸਨ ਉਹਨਾਂ ਉੱਪਰ ਯਥਾਰਥਵਾਦ ਦਾ ਜਿਹੜਾ ਨਵਾਂ ਸੰਕਲਪ ਆਇਆ ਸੀ ਉਸ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਉਹਨਾਂ 'ਤੇ ਪਿਆ। ਇਸ ਸਮੇਂ ਦੇ ਦੌਰਾਨ ਜਿਸ ਨਵੇਂ ਕਿਸਮ ਦੇ ਸਾਹਿਤ ਦੀ ਰਚਨਾ ਹੋਈ ਉਸ ਨੂੰ ਅਸੀਂ ਯਥਾਰਥਵਾਦੀ ਸਾਹਿਤ ਕਹਿੰਦੇ ਹਾਂ, ਜਿਸ ਵਿੱਚ ਆਮ ਆਦਮੀ ਦੇ ਨਿੱਤ ਦਿਹਾੜੀ ਦੇ ਕਾਰ ਵਿਹਾਰ ਦੇ ਯਥਾਰਥਕ ਵੇਰਵਿਆਂ ਦੀ ਪੇਸ਼ਕਾਰੀ ਨੂੰ ਅਹਿਮੀਅਤ ਦਿੱਤੀ ਗਈ। ਇੱਕ ਨਵੀਂ ਕਿਸਮ ਦਾ ਯਥਾਰਥਵਾਦੀ ਸਾਹਿਤ ਦਾ ਜਨਮ ਹੋਇਆ ਜਿਸ ਵਿੱਚ ਆਮ ਆਦਮੀ ਦੇ ਰੋਜ਼ਾਨਾ ਦੇ ਰਹਿਣ ਸਹਿਣ ਅਤੇ ਕੰਮਕਾਜ ਨੂੰ ਪ੍ਰਮੁੱਖਤਾ ਦੇ ਨਾਲ ਪੇਸ਼ ਕੀਤਾ ਗਿਆ। ਯਥਾਰਥਵਾਦ ਕੇਵਲ ਇੱਕ ਵਾਦ ਨਹੀਂ ਸਗੋਂ ਇਹ ਜੀਵਨ ਦਾ ਚਿੱਤਰਣ ਹੈ, ਜੀਵਨ ਦੀ ਆਲੋਚਨਾ ਹੈ ਅਤੇ ਜੀਵਨ ਦਾ ਮਾਰਗਦਰਸ਼ਕ ਹੁੰਦਾ ਹੈ। ਯਥਾਰਥਵਾਦ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਦੇ ਹਰ ਇੱਕ ਪੱਖ ਨੂੰ ਚਿਤਰਿਆ ਗਿਆ।
ਸਹੀ ਕਿਸਮ ਦੇ ਯਥਾਰਥਵਾਦੀ ਦਾ ਕੰਮ ਕੇਵਲ ਜੀਵਨ ਨੂੰ ਹੂਬਹੂ ਚਿੱਤਰਨਾ ਹੀ ਨਹੀਂ ਹੁੰਦਾ, ਸਗੋਂ ਮਨੁੱਖੀ ਚੇਤਨਾ ਨੂੰ ਵਿਕਸਿਤ ਕਰਨਾ ਹੁੰਦਾ ਹੈ। ਦੂਸਰੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਿਰਫ ਜ਼ਿੰਦਗੀ ਨੂੰ ਹੂਬਹੂ ਪੇਸ਼ ਕਰਨਾ ਹੀ ਯਥਾਰਥਵਾਦੀ ਦਾ ਕੰਮ ਨਹੀਂ ਹੁੰਦਾ, ਇਸ ਦੇ ਨਾਲ ਨਾਲ ਉਸ ਦਾ ਪ੍ਰਮੁੱਖ ਕੰਮ ਮਨੁੱਖ ਦੀ ਚੇਤਨਾ ਦਾ ਵਿਕਾਸ ਕਰਨਾ ਵੀ ਹੁੰਦਾ ਹੈ। ਮਨੁੱਖੀ ਚੇਤਨਾ ਨੂੰ ਵਿਕਸਿਤ ਕਰਨ ਦੇ ਲਈ ਯਥਾਰਥਵਾਦੀ ਸਾਹਿਤ ਮਨੁੱਖੀ ਕਲਿਆਣ ਵੱਲ ਧਿਆਨ ਦੇਵੇ, ਮਨੁੱਖ ਨੂੰ ਪ੍ਰਗਤੀ ਦੀ ਦਿਸ਼ਾ ਵੱਲ ਲੈ ਕੇ ਜਾਵੇ। ਕਹਿਣ ਦਾ ਅਰਥ ਹੈ ਕਿ ਉਸ ਸਾਹਿਤ ਨੂੰ ਹੀ ਯਥਾਰਥਵਾਦੀ ਸਾਹਿਤ ਕਿਹਾ ਜਾਂਦਾ ਹੈ, ਜਿਹੜਾ ਮਨੁੱਖ ਦੇ ਕਲਿਆਣ ਵੱਲ ਪੂਰਨ ਰੂਪ ਵਿੱਚ ਧਿਆਨ ਦੇਵੇ ਅਤੇ ਮਨੁੱਖ ਨੂੰ ਤਰੱਕੀ ਦੀ ਦਿਸ਼ਾ ਦੇ ਵੱਲ ਲੈ ਕੇ ਜਾਵੇ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਯਥਾਰਥਵਾਦ ਦੀਆਂ ਕਿਸਮਾਂ ਦਾ ਅਧਿਐਨ ਕਰਾਂਗੇ। ਯਥਾਰਥਵਾਦ ਦੀਆਂ ਪ੍ਰਮੁੱਖ ਰੂਪ ਵਿੱਚ 4 ਕਿਸਮਾਂ ਹਨ। ਪਹਿਲੀ ਕਿਸਮ ਹੈ ਪ੍ਰਕਿਰਤੀਵਾਦ। ਯਥਾਰਥਵਾਦ ਦੀ ਇਸ ਕਿਸਮ ਦੇ ਵਿੱਚ ਜੀਵਨ ਨੂੰ ਹੂਬਹੂ ਪੇਸ਼ ਕੀਤਾ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਮਨੁੱਖ ਆਪਣੇ ਅਸਲੀ ਜੀਵਨ ਵਿੱਚ ਜਿਸ ਤਰ੍ਹਾਂ ਵਿਚਰਦਾ ਹੈ, ਪ੍ਰਕਿਰਤੀਵਾਦੀ ਯਥਾਰਥ ਦੇ ਵਿੱਚ ਉਸ ਨੂੰ ਹੂਬਹੂ ਉਸੇ ਹੀ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਯਥਾਰਥਵਾਦ ਦੀ ਦੂਸਰੀ ਕਿਸਮ ਹੈ ਅਤ ਯਥਾਰਥਵਾਦ। ਇਸ ਯਥਾਰਥਵਾਦ ਵਿੱਚ ਮਨੁੱਖ ਦੇ ਅਵਚੇਤਨ ਮਨ ਦੀ ਪੇਸ਼ਕਾਰੀ ਸਾਹਿਤ ਦੇ ਰਾਹੀਂ ਕੀਤੀ ਜਾਂਦੀ ਹੈ। ਯਥਾਰਥਵਾਦ ਦੀ ਤੀਸਰੀ ਕਿਸਮ ਹੈ ਸਮਾਜਵਾਦੀ ਯਥਾਰਥਵਾਦ। ਇਸ ਯਥਾਰਥਵਾਦ ਦਾ ਆਧਾਰ ਕਾਰਲ ਮਾਰਕਸ ਦਾ ਵਰਗ ਸੰਘਰਸ਼ ਦਾ ਸਿਧਾਂਤ ਹੈ। ਇਸ ਸਿਧਾਂਤ ਦੇ ਅਨੁਸਾਰ ਕਾਰਲ ਮਾਰਕਸ ਸਮਾਜ ਨੂੰ 2 ਹਿੱਸਿਆਂ ਵਿੱਚ ਵੰਡਦਾ ਹੈ। ਇੱਕ ਪਾਸੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ, ਅਤੇ ਦੂਸਰੇ ਪਾਸੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੁੰਦਾ। ਇਹਨਾਂ ਦੋਨਾਂ ਵਰਗਾਂ ਦੇ ਵਿੱਚ ਸੰਘਰਸ਼ ਚੱਲਦਾ ਹੈ ਅਤੇ ਅੰਤ ਵਿੱਚ ਮਜ਼ਦੂਰ ਵਰਗ ਦੀ ਜਿੱਤ ਹੋ ਜਾਂਦੀ ਹੈ। ਯਥਾਰਥਵਾਦ ਦੀ ਅਗਲੀ ਕਿਸਮ ਮਨੋਵਿਗਿਆਨਕ ਯਥਾਰਥਵਾਦ ਹੈ। ਇਸ ਯਥਾਰਥਵਾਦ ਵਿੱਚ ਮਨੁੱਖ ਦੇ ਅਚੇਤ ਮਨ ਦੇ ਵਿੱਚ ਵਸੀਆਂ ਹੋਈਆਂ ਨਿਰਾਸ਼ਤਾਵਾਂ, ਉਸ ਦੀਆਂ ਸੋਚਾਂ, ਰੁਕਾਵਟਾਂ ਦਾ ਵਾਸਤਵਿਕ ਚਿੱਤਰ ਪੇਸ਼ ਕਰਨਾ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਯਥਾਰਥਵਾਦ ਦੇ ਪ੍ਰਭਾਵ ਬਾਰੇ ਪੜ੍ਹਾਂਗੇ। ਯਥਾਰਥਵਾਦ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਪਿਆ ਕਿ ਸਾਹਿਤ ਦੇ ਵਿੱਚ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਜਾਣ ਲੱਗ ਪਈ ਅਤੇ ਸਾਹਿਤ ਕਲਪਨਾ ਤੋਂ ਦੂਰ ਹੁੰਦਾ ਚਲਾ ਗਿਆ। ਪੂੰਜੀਵਾਦ ਦੇ ਵਿਕਸਿਤ ਹੋਣ ਨਾਲ ਸਮਾਜ ਵਿੱਚ ਅਸਮਾਨਤਾ ਵੱਧ ਗਈ, ਮਜ਼ਦੂਰਾਂ ਦਾ ਸ਼ੋਸ਼ਣ ਹੋਣ ਲੱਗ ਪਿਆ। ਇਹ ਜਿਹੜੀਆਂ ਅਮਾਨਵੀ ਕਦਰਾਂ ਕੀਮਤਾਂ ਸਮਾਜ ਦੇ ਵਿੱਚ ਵਿਕਸਿਤ ਹੋ ਰਹੀਆਂ ਸਨ, ਇਸ ਦੇ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਯਥਾਰਥਵਾਦੀਆਂ ਨੇ ਹੀ ਚੁੱਕੀ। ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਦੇ ਲਈ ਉਹਨਾਂ ਨੇ ਪੂੰਜੀਪਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਪੂੰਜੀਵਾਦ ਦੇ ਖਾਤਮੇ ਦਾ ਨਾਅਰਾ ਲਗਾਇਆ ਅਤੇ ਯਥਾਰਥਵਾਦ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਅਤੇ ਅਗਾਂਹ ਵਧਾਉਣ ਦੀ ਕੋਸ਼ਿਸ਼ ਕੀਤੀ। ਯਥਾਰਥਵਾਦ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਪਿਆ ਕਿ ਯਥਾਰਥਵਾਦ ਨੇ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਕਿ ਸਮਾਜ ਵਿਚਲੀਆਂ ਕਮੀਆਂ ਨੂੰ ਪ੍ਰਗਟਾਉਣਾ ਬਹੁਤ ਜ਼ਰੂਰੀ ਹੈ। ਉਸ ਸਮੇਂ ਦੇ ਦੌਰਾਨ ਪੂੰਜੀਵਾਦੀ ਅਰਥ ਵਿਵਸਥਾ ਕਾਰਨ ਸਮਾਜ ਅਤੇ ਰਾਜ ਪ੍ਰਬੰਧ ਸਿਰਫ ਪੂੰਜੀਪਤੀਆਂ ਦੇ ਹੱਕ ਵਿੱਚ ਫੈਸਲੇ ਕਰਦਾ ਸੀ, ਕਿਉਂਕਿ ਪੂੰਜੀਵਾਦੀ ਲੋਕਾਂ ਨੇ ਸਮਾਜ ਅਤੇ ਰਾਜ ਪ੍ਰਬੰਧ ਨੂੰ ਆਪਣੇ ਪੱਖ ਵਿੱਚ ਕੀਤਾ ਹੋਇਆ ਸੀ। ਇਸ ਵਰਤਾਰੇ ਦੇ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਯਥਾਰਥਵਾਦੀਆਂ ਨੇ ਹੀ ਚੁੱਕੀ ਸੀ। ਕਹਿਣ ਦਾ ਭਾਵ ਹੈ ਕਿ ਪੂੰਜੀਵਾਦ ਦੇ ਵਿਰੁੱਧ ਅਤੇ
ਮਜ਼ਦੂਰਾਂ ਦੇ ਹੱਕ ਵਿੱਚ ਸਭ ਤੋਂ ਪਹਿਲਾਂ ਆਵਾਜ਼ ਚੁੱਕਣ ਵਾਲੇ ਯਥਾਰਥਵਾਦੀ ਹੀ ਸਨ। ਯਥਾਰਥਵਾਦੀਆਂ ਦਾ ਇਹ ਮੰਨਣਾ ਸੀ ਕਿ ਮਨੁੱਖ ਦਾ ਸਮਾਜ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਇਸ ਲਈ ਸਮਾਜ ਵਿਚਲੀਆਂ ਕਮੀਆਂ ਨੂੰ ਪ੍ਰਗਟਾਉਣਾ ਜ਼ਰੂਰੀ ਹੈ, ਕਿਉਂਕਿ ਜੇਕਰ ਅਸੀਂ ਸਮਾਜ ਵਿਚਲੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਆਮ ਮਨੁੱਖ ਦੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਹੈ, ਉਸ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਪੂੰਜੀਵਾਦੀਆਂ ਤੋਂ ਆਮ ਮਨੁੱਖ ਦੇ ਜੀਵਨ ਵਿੱਚ ਸੁਧਾਰ ਕਰਨ ਲਈ ਵਿਵਸਥਾਵਾਂ ਦੀ ਮੰਗ ਕੀਤੀ ਜਾ ਸਕਦੀ ਹੈ। ਜਦੋਂ ਤੱਕ ਸਮਾਜ ਵਿਚਲੀਆਂ ਕਮੀਆਂ ਨੂੰ ਸਾਹਿਤ ਦੇ ਰਾਹੀਂ ਪ੍ਰਗਟਾਇਆ ਨਹੀਂ ਜਾਂਦਾ, ਉਦੋਂ ਤੱਕ ਇਹਨਾਂ ਕਮੀਆਂ ਨੂੰ ਦੂਰ ਕਰਕੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਨਹੀਂ ਕੀਤਾ ਜਾ ਸਕਦਾ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਪੰਜਾਬੀ ਸਾਹਿਤ ਵਿੱਚ ਯਥਾਰਥਵਾਦ ਬਾਰੇ ਪੜ੍ਹਾਂਗੇ। ਪੰਜਾਬ ਉੱਤੇ ਆਧੁਨਿਕ ਪੱਛਮੀ ਸੰਸਕ੍ਰਿਤੀ ਦਾ ਪ੍ਰਭਾਵ ਲਗਭਗ 2 ਸਦੀਆਂ ਪਛੜ ਕੇ ਪੈਣਾ ਆਰੰਭ ਹੋਇਆ। ਇਸ ਦਾ ਅਰਥ ਹੈ ਕਿ ਪੰਜਾਬ ਦੀ ਸੰਸਕ੍ਰਿਤੀ ਉੱਪਰ ਪੱਛਮੀ ਵਿਚਾਰਧਾਰਾ ਦਾ ਪ੍ਰਭਾਵ ਲਗਭਗ 2 ਸਦੀਆਂ ਬਾਅਦ ਪੈਣਾ ਸ਼ੁਰੂ ਹੋਇਆ, ਜਦੋਂ ਕਿ ਬਾਕੀ ਦੀ ਦੁਨੀਆ ਦੇ ਉੱਪਰ ਪੱਛਮੀ ਸੰਸਕ੍ਰਿਤੀ ਦਾ ਪ੍ਰਭਾਵ 200 ਸਾਲ ਪਹਿਲਾਂ ਤੋਂ ਹੀ ਪੈਣਾ ਆਰੰਭ ਹੋ ਗਿਆ ਸੀ। 1935 ਤੱਕ ਸਾਡਾ ਪੰਜਾਬੀ ਸਾਹਿਤ ਧਾਰਮਿਕ, ਸੰਪਰਦਾਇਕ, ਸੁਧਾਰਵਾਦੀ ਰਚਨਾ ਦ੍ਰਿਸ਼ਟੀ ਦੀਆਂ ਸੀਮਾਵਾਂ ਵਿੱਚ ਹੀ ਵੱਜਿਆ ਰਿਹਾ। ਪੰਜਾਬੀ ਸਾਹਿਤ ਆਪਣੇ ਆਪ ਨੂੰ ਧਾਰਮਿਕ, ਸੰਪਰਦਾਇਕ, ਸੁਧਾਰਵਾਦੀ ਰਚਨਾ ਦ੍ਰਿਸ਼ਟੀ ਦੀਆਂ ਸੀਮਾਵਾਂ ਤੋਂ ਛੁਡਾ ਨਾ ਸਕਿਆ। ਪੰਜਾਬੀ ਸਾਹਿਤ ਵਿੱਚ ਕਵਿਤਾ ਨਾਲੋਂ ਵੱਧ ਪ੍ਰਭਾਵ ਯਥਾਰਥਵਾਦ ਦਾ ਨਾਵਲ ਉੱਤੇ ਪਿਆ। ਦੂਸਰੇ ਸ਼ਬਦਾਂ ਵਿੱਚ ਅਸੀਂ ਆਖ ਸਕਦੇ ਹਾਂ ਕਿ ਯਥਾਰਥਵਾਦੀ ਨੇ ਪੰਜਾਬੀ ਸਾਹਿਤ ਵਿੱਚ ਕਵਿਤਾ ਨਾਲੋਂ ਨਾਵਲ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ। ਇਸ ਦਾ ਪ੍ਰਭਾਵ ਅਸੀਂ ਨਾਨਕ ਸਿੰਘ ਦੇ ਨਾਵਲਾਂ, ਗੁਰਦਿਆਲ ਸਿੰਘ ਦੀਆਂ ਰਚਨਾਵਾਂ, ਰਾਮ ਸਰੂਪ ਅਣਖੀ ਦੇ ਨਾਵਲਾਂ, ਕਰਮਜੀਤ ਕੁੱਸਾ ਦੀਆਂ ਰਚਨਾਵਾਂ ਦੇ ਵਿੱਚ ਵੇਖ ਸਕਦੇ ਹਾਂ। ਇਹ ਜਿਹੜੇ ਲੇਖਕ ਸਨ, ਇਹ ਸ਼ਹਿਰੀ ਮੱਧ ਵਰਗ ਅਤੇ ਪੇਂਡੂ ਕਿਸਾਨ ਦੇ ਜੀਵਨ ਦੇ ਵੇਰਵਿਆਂ ਦੀ ਪੇਸ਼ਕਾਰੀ ਕਰਦੇ ਹਨ। ਪਿਆਰੇ ਵਿਦਿਆਰਥੀਓ, ਉਮੀਦ ਕਰਦੇ ਹਾਂ ਕਿ ਅੱਜ ਦਾ ਟੌਪਿਕ ਯਥਾਰਥਵਾਦ ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇਗਾ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਤੁਹਾਡੇ ਲਈ ਲਾਭਦਾਇਕ ਵੀਡੀਓ ਬਣਾ ਸਕੀਏ ਅਤੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕੇ। ਵੀਡੀਓ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ। ਇਸ ਵੀਡੀਓ ਨੂੰ ਆਪਣੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ ਤਾਂ ਜੋ ਉਹ ਵੀ ਇਸ ਸਮੱਗਰੀ ਦਾ ਲਾਭ ਉਠਾ ਸਕਣ ਅਤੇ ਆਪਣੇ ਇਮਤਿਹਾਨਾਂ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋ ਸਕਣ ਅਤੇ ਉਹਨਾਂ ਨੂੰ ਯਥਾਰਥਵਾਦ ਦੀ ਇਹ ਧਾਰਨਾ ਪੂਰਨ ਰੂਪ ਵਿੱਚ ਸਪਸ਼ਟ ਹੋ ਜਾਵੇ।